ਕਿਸੇ ਨੂੰ ਕੁਝ ਕਰਨ ਦੀ ਲਗਨ ਹੋਵੇ ਤਾਂ ਉਹ ਵਿਅਕਤੀ ਨੂੰ ਕਾਮਯਾਬੀ ਹਾਸਲ ਹੋ ਹੀ ਜਾਂਦੀ ਹੈ। ਪਰ ਕੁਝ ਐਸੇ ਸ਼ਖਸ ਹੈਗੇ ਆ ਜਿਹੜੇ ਕਿ ਇਸ ਦੇਸ਼ ਦੇ ਵਿੱਚ ਜਿਹੜੀ ਬੁਰਾਈਆਂ ਉਹਨਾਂ ਨੂੰ ਖਤਮ ਕਰਨ ਵਾਸਤੇ ਇੱਕ ਅਲੱਗ ਹੀ ਮਿਸ਼ਨ ਸ਼ੁਰੂ ਕਰਕੇ ਬੈਠੇ ਆ, ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਬੈਂਗਲੌਰ ਦਾ ਇੱਕ ਸ਼ਖਸ ਹੈ ਜਿਹੜਾ 11 ਸਾਲਾਂ ਤੋਂ ਸਾਈਕਲ ਦੇ ਉੱਤੇ ਨਸ਼ੇ ਦੇ ਖਿਲਾਫ ਪ੍ਰਚਾਰ ਕਰ ਰਿਹਾ। ਮਹਾਦੇਵ ਰੈਡੀ ਇਹਦਾ ਨਾਮ ਹੈ, ਪਰ ਇਹਨੇ 1975 ਦੇ ਵਿੱਚ ਸਿੱਖ ਧਰਮ ਅਪਣਾ ਲਿਆ ਸੀ। ਉਸ ਤੋਂ ਬਾਅਦ ਆਪਣਾ ਨਾਮ ਅਮਨਦੀਪ ਸਿੰਘ ਖਾਲਸਾ ਰੱਖ ਲਿਆ ਤੇ ਪੂਰੇ ਦੇਸ਼ ਦੇ ਵਿੱਚ ਇਹ ਘੁੰਮ ਰਿਹਾ ਹੈ। ਲਗਾਤਾਰ 11 ਸਾਲਾਂ ਤੋਂ ਸਾਈਕਲ ਦੇ ਉੱਤੇ ਪਿੰਡ ਪਿੰਡ ਜਾਂਦਾ, ਸ਼ਹਿਰ ਸ਼ਹਿਰ ਜਾਂਦਾ, ਉੱਥੇ ਲੋਕਾਂ ਨੂੰ ਜਾਗਰੂਕ ਕਰਦਾ ਕਿ ਨਸ਼ਾ ਛੱਡੋ, ਕਿਉਂਕਿ ਨਸ਼ੇ ਨੇ ਬਹੁਤ ਜ਼ਿੰਦਗੀਆਂ ਖਤਮ ਕਰ ਦਿੱਤੀਆਂ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਤਸਵੀਰ ਦਿਖਾਉਂਦੇ ਹਾਂ ਉਸ ਸ਼ਖਸ ਦੀ, ਮਹਾਦੇਵ ਰੈਡੀ, ਜਿਹੜਾ ਕਿ ਸਿੱਖ ਧਰਮ ਅਪਣਾ ਕੇ ਹੁਣ ਅਮਨਦੀਪ ਸਿੰਘ ਖਾਲਸਾ ਬਣ ਗਿਆ। ਇਹ ਤੁਸੀਂ ਦੇਖ ਰਹੇ ਹੋ ਜਿਹੜਾ ਸਾਈਕਲ ਹੈ ਇਹਦਾ, ਸਾਈਕਲ ਦੇ ਵਿੱਚ ਇਹਨੇ ਲਿਖਿਆ ਹੋਇਆ ਕਿ ਅਮਨ ਸ਼ਾਂਤੀ ਸਾਈਕਲ ਯਾਤਰਾ, ਜਿਹੜੀ ਬੈਂਗਲੌਰ ਤੋਂ ਆਲ ਇੰਡੀਆ ਤੱਕ ਇਹਨੇ ਸ਼ੁਰੂ ਕੀਤੀ ਹੈ। ਹਜੇ ਤੱਕ ਇਹ ਲਗਾਤਾਰ 11 ਸਾਲ ਹੋ ਚੁੱਕੇ ਇਹਨੂੰ ਇਹ ਸਾਈਕਲ ਚਲਾਉਂਦੇ ਹੋਏ, ਤੇ ਕਿਤੇ ਨਾ ਕਿਤੇ ਵੱਡਾ ਮੈਸੇਜ ਇਹ ਲੋਕਾਂ ਨੂੰ ਦੇ ਰਿਹਾ ਹੈ। ਪੰਜਾਬ ਦੇ ਵਿੱਚ ਵੀ ਪਹੁੰਚੇ, ਅੱਜ ਬਠਿੰਡਾ ਦੇ ਵਿੱਚ ਪਹੁੰਚਿਆ, ਇੱਥੇ ਗੁਰਦੁਆਰਾ ਸਾਹਿਬ ਹਾਜੀ ਰਤਨ ਸਾਹਿਬ ਦੇ ਵਿੱਚ ਆਇਆ। ਇਹ ਇੱਥੇ ਰਾਤ ਰੁਕੂਗਾ, ਉਸ ਤੋਂ ਬਾਅਦ ਫਿਰ ਆਪਣਾ ਅਗਲੇ ਪੜਾਅ ਵਾਸਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਵਾਸਤੇ ਜਾਊਗਾ। ਸ਼ਖਸ ਤੁਸੀਂ ਦੇਖ ਰਹੇ ਹੋ ਲਗਨ ਕਿੰਨੀ ਹੈ। ਦੇਸ਼ ਦੇ ਜਿਹੜੇ ਬੁਰਾਈਆਂ ਹੈਗੀਆਂ ਸਮਾਜ ਦੇ ਵਿੱਚ, ਨਸ਼ਾ ਕੋੜ ਹੈ, ਬਹੁਤ ਵੱਡਾ ਕੋੜ ਹੈ, ਬਹੁਤ ਸਮਾਜ ਦੇ ਜਿਹੜੀਆਂ ਪੀੜ੍ਹੀਆਂ ਦੀ ਪੀੜ੍ਹੀਆਂ ਤਬਾਹ ਹੋ ਰਹੀਆਂ, ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਸ ਵਕਤ ਨਸ਼ੇ ਦਾ ਹੀ ਮੁੱਦਾ ਚੱਲ ਰਿਹਾ। ਇਸ ਕਰਕੇ ਇਸਨੇ ਬੀੜਾ ਚੁੱਕਿਆ ਹੋਇਆ ਕਿ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਘੁੰਮ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿ ਨਸ਼ਾ ਛੱਡੋ। ਅੱਜ ਇਹ ਬਠਿੰਡਾ ਵਿੱਚ ਪਹੁੰਚਿਆ, ਤੁਸੀਂ ਦੇਖ ਰਹੇ ਹੋ ਜਿਹੜੀ ਸਾਈਕਲ ਹੈਗੀ ਤਾਂ 60 ਕਿਲੋ ਦਾ ਜਿਹੜਾ ਦੱਸਿਆ ਗਿਆ ਕਿ ਸਮਾਨ ਇਹਦੇ ਕੋਲ ਆਪਣਾ ਹੈਗਾ, ਲੰਗਰ ਪਾਣੀ ਨਾਲ ਲੈ ਕੇ ਚੱਲਦਾ ਹੈ। ਲੋਕ ਵੀ ਮਦਦ ਕਰਦੇ ਨੇ, ਪਰ ਜਜ਼ਬਾ ਬਹੁਤ ਹੈ ਸਾਈਕਲ ਦੇ ਉੱਤੇ, ਬਹੁਤ ਮੁਸ਼ਕਿਲ ਹੈ ਸਫ਼ਰ ਜਿਹੜਾ ਕੱਢਣਾ। ਤੇ ਹੁਣ ਇਹ ਬਠਿੰਡਾ ਪਹੁੰਚਿਆ। ਗੱਲ ਕਰਦੇ ਹਾਂ ਅਮਨਦੀਪ ਸਿੰਘ ਖਾਲਸਾ ਦੇ ਨਾਲ, ਜਿਹਨੇ ਯਾਤਰਾ ਸ਼ੁਰੂ ਕੀਤੀ ਹੈ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਿਹਾ। ਕਿੰਨੇ ਸਾਲ ਹੋ ਗਏ, ਕਿੱਥੇ ਕਿੱਥੇ ਜਾ ਕੇ ਆਏ ਹੋ? ਹਾਂਜੀ, मेरा नाम अमनदीप सिंह खालसा। मैं बेंगलुरु लगे एक पिंड है चिक तिरुपति उत्तर रहने वाला। 2007 में मेरा मामा जी थे, शराब पी के डेथ हो गई थी। मेरा मन च बहुत दुख लगा। मैं सोचा एक मुहिम लेके निकलेंगे, सारे इंडिया के ਵਿੱਚੋਂ एक नशे के खिलाफ प्रचार करेंगे। इसी मकसद ਨਾਲ मैं निकलिਆ ਸੀਗਾ। इस टाइम मेरा 11 साल 10 महीने हो गए। ਹੁਣ तक मेरा 26 स्टेट हो गया। मैं 11 12 13 3 साल में इतने पंजाब च रहा। इतने मैं सारे पिंडां च रह के मैं प्रचार करके आ रहा। ਇਹਦੇ ਉਸ ਟਾਈਮ ਲਾਸਟ ਪੜਾਅ ਮੈਂ ਇਤੋਂ ਮੈਂ ਪੰਜਾਬ ਇਹਦੇ ਤੋਂ ਮੈਂ ਦਰਬਾਰ ਸਾਹਿਬ ਮੱਥਾ ਟੇਕਿਆ, ਉਹਦੇ ਬਾਅਦ ਮੈਂ ਘਰ ਵਾਪਸ ਜਾ ਰਿਹਾ। ਮੈਨੂੰ 11 ਸਾਲ 10 ਮਹੀਨੇ ਹੋ ਗਏ ਘਰੋਂ ਨਿਕਲਣਾ। ਮੇਰਾ ਕੁੜੀ ਦਾ ਵਿਆਹ ਸੀਗਾ 2012 ਚ, ਮੈਂ ਵਿਆਹ 'ਚ ਵੀ ਨਹੀਂ ਗਿਆ। ਇਸ ਟਾਈਮ ਲਾਸਟ ਟਾਈਮ ਇਹਦੇ ਬਾਅਦ ਫਿਰ ਮੈਂ ਘਰ ਜਾ ਰਿਹਾ। ਮੈਂ ਪੰਜਾਬ ਆ ਕੇ ਮੈਨੂੰ ਬੜਾ ਦੁੱਖ ਲੱਗਾ। ਇੱਥੇ ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਹੈ, ਰੋਜ਼ ਚਿੱਟੇ ਦੇ ਵਿੱਚੋਂ ਮੁੰਡੇ ਮਰੀ ਜਾਂਦੇ। ਮੈਨੂੰ ਬੜਾ ਦੁੱਖ ਲੱਗ ਰਿਹਾ। ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ 12,937 ਪਿੰਡ ਹੈ, 10,000 ਦਾ ਸ਼ਰਾਬ ਦਾ ਠੇਕਾ ਹੈ। ਬਹੁਤ ਬੁਰਾ ਲੱਗ ਰਿਹਾ। ਮੈਂ ਹੁਣ ਗੁਜਰਾਤ 'ਚੋਂ ਆਇਆ, ਉੱਥੇ ਕੋਈ ਡਰਾਈ ਏਰੀਆ, ਉੱਥੇ ਕੋਈ ਸ਼ਰਾਬ ਦਾ ਠੇਕਾ ਨਹੀਂ ਹੈ, अंडे के मीट की दुकान नहीं है। मैं बहुत वधिया लगा। मैं पंजाब के विचों सारे पंजाबी को अपील करता भाई एक नशे के विरुद्ध एक मुहिम लेके निकलो। नशा पंजाब के खत्म होना चाहिए। मैं मोदी साहब ने भी 25 में से भेजा तक कोई जवाब नहीं आया। कैप्टन साहब ने भी अपील करता भी नशे पंजाब के खत्म होना चाहिए। ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਮਹਾਦੇਵ ਰੈਡੀ ਤੋਂ ਅਮਨਦੀਪ ਸਿੰਘ ਖਾਲਸਾ ਕਿਵੇਂ ਵਿਚਾਰ ਬਣਿਆ ਸਿੱਖ ਧਰਮ ਦੇ? मैं 7वीं तक तो मैं पिंड पढ़िया सीगा। बाकी बेंगलुरु से मैं गुरुद्वारा साहब गुरुद्वारा गुरु नानक मिशन उत्ते आके पढ़िया सीगा। मैं उत्ते पढ़ता सीगा। मेरी पढ़ाई लिखी उन्होंने मेरा किताबां कापियां मेरा फ्री किया सीगा। भाई मुंडा वधिया पढ़ रहा। फिर उसके बाद मैं प्रधान जी गल करके मैं सिख इतिहास पढ़िया। जो 4 साल के इतिहास पढ़े ना, मैं उत्ते रुक गया। मैं कहा 7 साल के 9 साल के बच्चे ही नहीं मने, शहीद हो गए। ये बहुत बड़ा मिसाल है। उसके बाद फिर मैं अमृत शे के गुरु वाला बनया सीगा। मैंने 35 साल 40 साल हो गए मैं गुरुद्वारा साहब उत्ते सेवा कर रहा। मैं टीचर का काम कर रहा, पंजाबी टीचर। मैं 86 तो लेकर 93 तक आनंदपुर साहब रह के मैं पूरा पंजाबी स्टडी करके गया। इस टाइम मैंने 6 भाषा होंगी हैं, कन्नड़, तेलुगु, तमिल, इंग्लिश, हिंदी, पंजाबी, 6 भाषा में पढ़े है। मेरा मिसेस भी टीचर है, वो पंजाब के रहने वाले, जलंधर लगे खैरा पिंड है। मेरा एक लड़का वो अमेरिका से डॉक्टर है, ENT स्पैशलिस्ट है। एक कुड़ी अमृतसर ब्याही है, मैं उन्होंने मिलने जा रहा है। ਨਸ਼ਾ ਨਸ਼ੇ ਦਾ ਬਹੁਤ ਵੱਡਾ ਹੈਗਾ, ਪੂਰੇ ਦੇਸ਼ ਦੇ ਵਿੱਚ ਤੁਸੀਂ ਘੁੰਮ ਕੇ ਆਏ ਹੋ, 11 ਸਾਲਾਂ ਤੋਂ ਘੁੰਮ ਰਹੇ ਹੋ। ਸਭ ਤੋਂ ਵੱਧ ਨਸ਼ਾ ਕਿਹੜੀ ਸਟੇਟ ਦੇ ਵਿੱਚ ਹੈਗਾ? मैं सब तो ज़्यादा पंजाब से ही लग रहा है। मैंने बड़ा बुरा लग रहा है पंजाब के विच। देखो मैं सारे पिंड घूमया पहले। पंजाब के ठेके बहुत ज़्यादा, एक चिट्टे का नशा बहुत ज़्यादा। लोग पंजाबी देख के मुकुल बहुत करते हैं। एक हूँ एक मंत्री कहता भी डोडे बीजनी है। मैं कहा डोडे बीजे तो सारे बच्चे भी बच्चे खाण लग पने। ये तो पंजाब का बेड़ा गर्क हो जाऊगा। तुसी नौजवानों को नौकरियां दो, कोई अच्छा काम करो। वो छड्ड के कहता भी नशे का जोड़ा डोडे बीजना ये बहुत गलत गल है। ये वास्ते
ਮੈਨੂੰ ਚੰਗਾ ਨਹੀਂ ਲੱਗ ਰਿਹਾ। ਇਹ ਡੋਡੇ ਜੇ ਕਿ ਇਹ ਕਿਹੜਾ ਸੰਜੀਵਨੀ ਬੂਟੀ ਹੈ, ਚਿੱਟੇ ਤੋਂ ਅੜ ਕੇ ਆਪਣਾ ਡੋਡੇ ਪੀਣ ਲੱਗ ਪਿਆ, ਅਫੀਮ ਖਾਣ ਲੱਗ ਪਿਆ। ਇਹ ਕੋਈ ਸੰਜੀਵਨੀ ਬੂਟੀ ਥੋੜੀ ਹੈ, ਇਹ ਬਹੁਤ ਗਲਤ ਗੱਲ ਹੈ। ਤੇ ਜਿਵੇਂ ਤੁਸੀਂ ਜਾਣਦੇ ਹੋ ਹਾਂਜੀ। ਸਾਈਕਲ ਦੇ ਉੱਤੇ ਕਿੰਨੀ ਕੁ ਤੰਗੀ ਕਿੰਨੀ ਕਰਨੀ, ਸਫ਼ਰ ਬਹੁਤ ਔਖਾ ਹੁੰਦਾ ਹੈ। ਸਫ਼ਰ ਬਾਰੇ ਅਸੀਂ ਜਾਣਕਾਰੀ ਚਾਹਾਂਗੇ, ਸਾਨੂੰ ਦਿਓ ਸਾਡੇ ਦਰਸ਼ਕਾਂ ਨੂੰ। ਸਫ਼ਰ ਕਿਸ ਤਰੀਕੇ ਦਾ ਸਾਈਕਲ ਤੇ, ਕਿਵੇਂ ਦਿੱਕਤਾਂ ਕਿੰਨੀਆਂ ਆਉਂਦੀਆਂ? ਦਿੱਕਤਾਂ ਤਾਂ ਆਉਂਦੀ ਰਹਿੰਦੀ। ਹੁਣ ਮੇਰੇ ਕੋਲ ਸਾਰੇ ਸਮਾਨ ਨਾਲ ਰੱਖਿਆ, ਮੈਂ ਲੰਗਰ ਪਾਣੀ ਬਿਸਤਰਾ ਸਾਰਾ ਮੈਂ ਨਾਲ ਰੱਖਿਆ। ਮੇਰਾ ਇਹ 9ਵਾਂ ਸਾਈਕਲ ਹੈ। 9 ਸਾਈਕਲ, 50 ਟਾਇਰ, 40 ਟਿਊਬਾਂ ਵੇਸਟ ਹੋ ਗਏ ਨੇ। ਬਾਕੀ ਮੇਰਾ 2.5 ਲੱਖ ਰੁਪਏ ਮੇਰਾ ਖਰਚਾ ਹੋ ਗਿਆ। ਪੈਸੇ ਸਾਰੇ ਘਰੋਂ ATM 'ਚ ਆ ਜਾਂਦੇ ਆ। ਦਿੱਕਤ ਤਾਂ ਹੁੰਦੇ ਰਹਿੰਦੇ। ਇੱਕ ਦੋ ਵਾਰੀ ਮੇਰਾ ਪੰਜਾਬ 'ਚ ਮੇਰਾ ਦੋ ਮੋਬਾਈਲ 20,000 ਰੁਪਏ ਚੋਰੀ ਹੋ ਗਿਆ ਸੀਗਾ। ਇੱਕ ਬੰਦਾ ਮਿਲਣ ਆਇਆ ਸੀਗਾ ਆਪਣਾ ਇੱਥੇ ਗੁਰੂ ਕੇ ਬਾਗ ਗੁਰਦੁਆਰੇ। ਰਾਤ ਰਿਹਾ ਮੇਰੇ ਕੋਲ, ਸਵੇਰੇ ਕੁਝ ਚਾਹ 'ਚ ਪਾ ਕੇ ਮੈਨੂੰ ਬੇਹੋਸ਼ ਕਰਕੇ ਉਹਦੇ ਬਾਅਦ ਲੈ ਕੇ ਨਿਕਲ ਗਿਆ। ਹਾਂ, ਇੱਦਾਂ 2-3 ਵਾਰੀ ਪੰਜਾਬ 'ਚ ਹੋਇਆ ਮੇਰੇ ਨਾਲ। ਬਾਕੀ ਮੈਂ 26 ਸਟੇਟ ਘੁੰਮ ਕੇ ਆ ਰਿਹਾ, ਮੈਨੂੰ ਸਾਰੇ ਜਗ੍ਹਾ ਸਹਿਯੋਗ ਮਿਲ ਰਿਹਾ है। कई लोग ने जिदा ਹੁਣ ਕਰਨਾਟਕਾ, ਕੇਰਲਾ, ਤਮਿਲਨਾਡੂ ਤੇ ਜਾ ਕੇ ਉਧਰਲਾ ਭਾਸ਼ਾ ਬੋਲेंगे ਨਾ, ਉਹ ਲੋਕ ਬਹੁਤ ਸਮਝਦੇ ਆ। ਇੱਕ ਸਰਦਾਰ ਹੋ ਕੇ ਸਾਡੀ ਬੋਲੀ ਬੋਲ ਰਿਹਾ, ਉੱਥੇ ਨਸ਼ਾ ਛੱਡਣ ਵਾਸਤੇ ਤਿਆਰ ਹੋ ਜਾਂਦੇ ਆ। ਇਹਦੇ ਪੰਜਾਬ ਆ ਕੇ ਕਿਸੇ ਨੂੰ ਗੱਲ ਕਰਕੇ ਦੇਖੀ, ਅਗਲਾ ਕਹਿੰਦਾ ਤੂੰ ਪਾਗਲ ਬੇਲੜ, ਇਦਾਂ ਬਹੁਤ ਕਹਿੰਦੇ ਆ। ਚਲੋ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ 500 ਬੰਦੇ ਨੂੰ ਇੱਥੇ ਮੈਂ ਨਸ਼ਾ ਛੁਡਾਇਆ। ਦਵਾਈ ਮੇਰੇ ਕੋਲ ਦਵਾਈ ਵੀ ਹੈਗਾ, ਮੈਂ ਲਿਖ ਕੇ ਦੇ ਦੇਣਾ। ਕੋਈ ਡੋਡੇ ਸ਼ਰਾਬ ਅਫੀਮ ਕੋਈ ਛੱਡਣਾ ਹੋ ਤਾਂ ਮੇਰੇ ਕੋਲ ਨਸ਼ਾ ਆਏਗਾ, ਦਵਾਈ ਹੈਗਾ, ਮੈਂ ਲਿਖ ਕੇ ਦੇ ਦੇਣਾ। ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰਾਂ ਦਾਅਵੇ ਕਰਦੀਆਂ ਕਿ ਨਸ਼ਾ ਖਤਮ ਕਰ ਰਹੇ ਹਾਂ, ਨਸ਼ੇ ਦੀ ਲੱਕ ਤੋੜ ਦਿੱਤਾ ਗਿਆ? ਲੱਗਦਾ ਤੁਸੀਂ ਘੁੰਮ ਕੇ ਆਏ ਹੋ ਪੰਜਾਬ ਦੇ ਵਿੱਚ, ਕੁਝ ਐਸੇ ਹਾਲਾਤ ਹੈਗੇ ਆ ਨਸ਼ਾ ਖਤਮ ਹੋਣ ਵਾਲੇ? ਨਹੀਂ ਜੀ, ਨਹੀਂ ਜੀ, ਖਤਮ ਤਾਂ ਨਹੀਂ ਹੋ ਰਿਹਾ। ਇਹ ਤਾਂ ਬਹੁਤ ਜ਼ਿਆਦਾ ਹੁਣ ਦੇਖ ਕੇ ਨਾ ਰੋਜ਼ 2-2 3-3 ਮੁੰਡੇ ਮਰੀ ਜਾਂਦੇ ਆ ਚਿੱਟੇ ਨਾਲ। जैसे मुझे कंट्रोल नहीं होया, पूरा कंट्रोल होना चाहिए। मैं बतेरे में जो लाया, मैं मोदी साहब ने मैसेज भेजा कि जिदा 11 बजे नोट बंद किया वो हिसाब ने हिंदुस्तान के नटा बंद कर दे। 25 मैसेज भेजा थे, कोई जवाब नहीं आया मैनू। ਹੁਣ ਅੱਗੇ ਮਿਸ਼ਨ ਕੀ ਹੈ ਆਪਣਾ, ਅੱਗੇ ਕਿੱਥੋਂ ਤੱਕ ਦਾ ਸਫ਼ਰ ਹੈ? ये तो मैं अमृतसर दरबार साहब मत्था टेक के मेरे लड़की को मिल के बाद मैं घर जाऊँगा। और 1 महीने तक मैनू $50,000 अमेरिका उतार है, मेरा गिनीज बुक ना आ गया। ਉਹ ਪੈਸੇ ਨਾਲ ਮੈਂ ਆਪਣਾ ਜ਼ਮੀਨ ਹੈ ਸਾਡਾ ਬੈਂਗਲੌਰ। ਤੇ ਤੁਹਾਡਾ ਪਰਿਵਾਰ ਨਹੀਂ ਕਹਿੰਦਾ ਵੀ ਕਿਉਂ ਸਾਈਕਲ ਤੇ ਇੰਨੀ ਦੂਰ ਸਫ਼ਰ ਕਰਨਾ ਹੈ? ਪਰਿਵਾਰ ਵਾਲੇ ਸਪੋਰਟ ਕਰਦੇ? मेरा घर वाले भी थोड़ा बहुत पहले गुस्से हो गए सी, ਹੁਣ तो ठीक हो गए। मेरा लड़का ਮੇਰੇ ਨਾਲ ਨਾਰਾਜ਼ ਹੋਇਆ, ਕਹਿੰਦਾ ਤੂੰ ਯਾਤਰਾ ਕਰ ਰਿਹਾ, ਘਰ ਨਹੀਂ ਜਾ ਰਿਹਾ। ਉਹਨੂੰ ਪਤਾ ਵੀ ਹੁਣ ਉਹਦਾ ਵਿਆਹ ਵੀ ਹੈਗਾ 3 ਮਹੀਨੇ ਬਾਅਦ। ਮੇਰਾ ਜਾਣ ਦਾ ਇਰਾਦਾ ਅਮਰੀਕਾ ਜਾਣ ਦਾ। ਸਿਹਤ ਫਿਟ ਰਹਿੰਦੀ ਹੈ ਪੂਰੀ? ਹਾਂਜੀ, ਮੈਨੂੰ ਕਦੇ तो बुखार तो बहुत देर, कभी जुकाम भी नहीं होया। मैं होटलों का खाना खाता नहीं है, खुद मैं बना के करना। मेरे को सारा सामान रखा, गैस कुकर आटा चावल सब नाल रखा, जितने लोड़ पिया उतने बनाना। ਪੰਜਾਬ ਦੇ ਯੂਥ ਨੂੰ, ਪੰਜਾਬ ਦੇ ਲੀਡਰਾਂ ਨੂੰ, ਪੰਜਾਬ ਦੇ ਮਾਪਿਆਂ ਨੂੰ ਕੀ ਮੈਸੇਜ ਹੈ ਤੁਹਾਡਾ? ਮੈਨੂੰ ਇਹ ਕਹਿੰਦਾ ਵੀ ਨਸ਼ਾ ਜਮਾ ਹੀ ਬੰਦ ਹੋਣਾ ਚਾਹੀਦਾ। ਮੈਂ ਕੈਪਟਨ ਸਾਹਿਬ ਨੂੰ ਵੀ ਅਪੀਲ ਕਰਦਾ ਵੀ ਨਸ਼ਾ ਜਮਾ ਹੀ ਪੰਜਾਬ ਦੇ ਵਿੱਚ ਬੰਦ ਕਰਨਾ ਚਾਹੀਦਾ। ਜਿੱਥੇ ਇਤਿਹਾਸਕ ਸਥਾਨ ਹੈ ਉੱਥੇ ਸ਼ਰਾਬ ਦਾ ਠੇਕਾ, ਮੀਟ ਦਾ ਦੁਕਾਨ ਨਹੀਂ ਹੋਣਾ ਚਾਹੀਦਾ। ਇਹ ਮੈਨੂੰ ਬਹੁਤ ਬੁਰਾ ਲੱਗ ਰਿਹਾ। ਮੈਂ ਕਹਿੰਦਾ ਵੀ ਪਵਿੱਤਰ ਸ਼ਹਿਰ ਕਹਿੰਦੇ ਆ ਨਾ, ਉਹ ਹਿਸਾਬ ਨਾਲ ਜਿੱਦਾਂ ਸ਼ਰਾਬ ਦਾ ਠੇਕੇ, ਮੀਟ ਬੰਦ ਕਰਨਾ ਚਾਹੀਦਾ। ਮੈਂ ਇੱਕ ਵਾਰੀ ਹਜੂਰ ਸਾਹਿਬ ਗਿਆ ਸੀਗਾ, ਉੱਥੇ ਪਹਿਲੇ ਨਾ 3 ਡੋਡਿਆਂ ਦੀ ਦੁਕਾਨ ਸੀਗਾ, ਇਸ ਟਾਈਮ 7 ਦੁਕਾਨਾਂ ਹੋ ਗਈਆਂ। ਉਹ ਵੀ ਬੜੇ ਬੜੇ ਅਕਸ਼ਰਾਂ 'ਚ ਪੰਜਾਬ 'ਚ ਲਿਖਿਆ ਹੈ। मैं सोच देख के हैरान रह गया। मैं कहा साढ़े पंजाबी इतने का भी तरक्की कर रहे हैं, डोडिया दुकान खोली बैठे ने, ये बहुत गलत गल है। जिते जाओ उते पंजाबी ਨੂੰ देख के मखौल करते भी कहता आ गया पंजाब सरदार आ गया, परे हो जाओ। उते कोई नहीं ਹੁੰਦਾ, ਸਾਡਾ ਸਰਦਾਰ ਹੀ ਕਰਿਆ ਹੁੰਦੇ ਆ। ਇਸ ਕਰਕੇ ਮੈਂ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਵੀ ਨਸ਼ਾ ਛੱਡੋ, ਗੁਰੂ ਵਾਲਾ ਬਣੋ, ਅੰਮ੍ਰਿਤ ਸਿੰਘ ਸਿੰਘ ਸਜੋ, ਆਪਣਾ ਜੀਵਨ ਸਫਲ ਕਰੋ। ਇਹੀ ਮੇਰੀ ਬੇਨਤੀ ਹੈ ਜੀ। ਬਿਲਕੁਲ, ਇਹ ਅਮਨਦੀਪ ਸਿੰਘ ਖਾਲਸਾ ਬਠਿੰਡਾ ਪਹੁੰਚਿਆ। ਸਾਡੇ ਨਾਲ ਗੁਰਦੁਆਰਾ ਸਾਹਿਬ ਜਿਹੜੀ ਕਮੇਟੀ ਹੈਗੀ ਹੈ, ਹਾਜੀ ਰਤਨ ਸਾਹਿਬ ਗੁਰਦੁਆਰਾ ਇੱਥੇ, ਉਹ ਵੀ ਹੈਗੇ ਆ ਸਾਡੇ ਨਾਲ। ਕੀ ਕਹਿਣਾ ਚਾਹੋਗੇ ਜਿਹੜੇ ਇੰਨੀ ਵੱਡੀ ਯਾਤਰਾ ਕਰਕੇ ਆਏ ਨੇ? ਪੰਜਾਬ 'ਚ ਨਸ਼ਾ ਬਹੁਤ ਵੱਡਾ ਹੈਗਾ, ਪੂਰੇ ਦੇਸ਼ 'ਚ ਘੁੰਮ ਕੇ, ਕੀ ਕਹਿਣਾ ਤੁਹਾਡਾ ਇਹਨਾਂ ਬਾਰੇ? ਖਾਲਸਾ ਫਤਿਹ ਜੀ। ਸਾਡੇ ਇਹਨਾਂ ਬਾਰੇ ਇਹੀ ਕਹਿਣਾ ਦੇ ਫਰਜ਼ ਹੈ ਜੀ, ਜੋ ਇਹਨਾਂ ਨੇ ਆਖਿਆ ਬਹੁਤ ਵਧੀਆ ਗੱਲ ਆਖੀ ਹੈ ਵੀ ਸਿੱਖ ਦੇ ਬਾਰੇ, ਵੀ ਨਸ਼ੇ ਦੇ ਬਾਰੇ ਜਿਹੜਾ ਇਹਨਾਂ ਨੇ ਆਖਿਆ, ਇਹ ਬਹੁਤ ਵੱਡਾ ਤਗੜਾ ਕੋੜ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਫੈਲ ਰਿਹਾ ਹੈ, ਦਿਨੋਂ ਦਿਨ ਵੱਧ ਰਿਹਾ ਹੈ। ਇਹਨਾਂ ਨੇ ਆਖਿਆ ਵੀ ਕਾਫੀ ਸਟੇਟਾਂ ਦੇ ਹੀ ਜਾ ਕੇ ਆਏ ਆ, ਨਸ਼ਾ ਹੈ ਨਹੀਂਗਾ, ਲੇਕਿਨ ਪੰਜਾਬ ਦੇ ਵਿੱਚ ਇਤਨਾ ਹੈ ਵੀ ਜਿਹੜਾ ਜ਼ਿਆਦਾ ਹੈ ਨਸ਼ਾ। ਤੇ ਸਾਨੂੰ ਇਹਨਾਂ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਵੀ ਅਸੀਂ ਆਪਦੇ ਬੱਚਿਆਂ ਨੂੰ ਔਰ ਆਪਦੇ ਭੈਣ ਭਰਾਈ ਨੂੰ ਇਹ ਇਹਨਾਂ ਤੋਂ ਸਿੱਖਿਆ ਦਵਾਈਏ ਵੀ ਨਸ਼ਾ ਜਿਹੜਾ ਛੱਡੋ ਔਰ ਗੁਰੂ ਵਾਲੇ ਬਣੋ ਔਰ ਸਿੱਖੀ ਜੀਵਨ ਪ੍ਰਵਾਨ ਕਰੋ ਜੀ। ਬਿਲਕੁਲ, ਅਮਨਦੀਪ ਸਿੰਘ ਖਾਲਸਾ ਤੁਹਾਨੂੰ ਅਸੀਂ ਦਿਖਾਇਆ ਅੱਜ, ਸਾਡੇ ਨਾਲ ਮੌਜੂਦ ਹੈ ਇੱਥੇ। ਇਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਜਿੰਨੀ ਵੀ ਸਟੇਟ ਘੁੰਮ ਕੇ ਆਏ ਆ, ਪਰ ਸਭ ਤੋਂ ਵੱਧ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਹੀ ਹੈਗਾ, ਕਿਉਂਕਿ ਇਹਨਾਂ ਵੱਲੋਂ ਇਹ ਗੱਲ ਜਿਹੜੀ ਦੱਸੀ ਗਈ ਹੈ ਕਿ ਹੋਰ ਸਟੇਟਾਂ ਦੇ ਵਿੱਚ ਨਸ਼ਾ ਘੱਟ ਆ, ਪਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੌਜਵਾਨ ਜਿਹੜਾ ਚਿੱਟੇ ਦਾ ਨਸ਼ਾ ਕਰ ਰਿਹਾ। ਪਰ ਸਵਾਲ ਇਹ ਖੜਾ ਹੁੰਦਾ ਕਿ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਨਸ਼ਾ ਅਸੀਂ ਖਤਮ ਕਰ ਦਿੱਤਾ, ਪਰ ਨਸ਼ਾ ਹਜੇ ਵੀ ਹੈਗਾ। ਇਸ ਕਰਕੇ ਜਿੱਥੇ ਇਹਨਾਂ ਦੀ ਮੁਹਿੰਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ, ਇਹਨਾਂ ਦੇ ਮਿਸ਼ਨ ਦੀ ਸ਼ਲਾਘਾ ਕਰ ਰਿਹਾ, ਉੱਥੇ ਹੀ ਪੰਜਾਬ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਠੋਸ ਕਦਮ ਚੁੱਕੇ। ਜਿਹੜੇ ਵੱਡੇ ਨਸ਼ੇੜੀ ਹੈਗੇ ਆ, ਜਿਹੜੇ ਮਗਰਮੱਛ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਫੜੇ, ਉਹਨਾਂ ਤੇ ਕਾਰਵਾਈ ਕਰੇ, ਤਾਂ ਹੀ ਪੰਜਾਬ ਜਿਹੜਾ
ਠੀਕ ਹੋ ਸਕਦਾ ਹੈ, ਨਹੀਂ ਤਾਂ ਪੰਜਾਬ ਦੇ ਹਾਲਾਤ ਜਿਹੜੇ ਆ ਹੋਰ ਵੀ ਬੱਤਰ ਹੋਣ ਵਾਲੇ ਆ। ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ, ਜਾਗਰਣੀ ਟੀਵੀ, ਬਠਿੰਡਾ।